Hello and welcome to Study for You. Today in this video we are going to be discussed 10th class geography 7th chapter lifeline of national economy. These are the topics that we will discuss in this chapter: introduction, types of transport, communication, international trade, tourism as trade. First of all, we will discuss the introduction of this chapter. The pace of development of a country depends upon the production of goods and services as well as their movement over space। ਕਿਸੇ ਕੰਟਰੀ ਦੀ ਡਿਵੈਲਪਮੈਂਟ ਡਿਪੈਂਡ ਕਰਦੀ ਹੈ ਕਿੰਨੀ ਉੱਥੇ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਹੁੰਦੀ ਹੈ, ਐਜ਼ ਵੈਲ ਐਜ਼ ਉਹ ਆਲਸੋ ਡਿਪੈਂਡ ਕਰਦੀ ਹੈ ਔਨ ਦਾ ਮੂਵਮੈਂਟ ਆਫ ਗੁੱਡਸ ਐਂਡ ਸਰਵਿਸਿਜ਼। Movement of goods and services can be over three important domains of our earth: land, water, air। ਜੋ ਗੁੱਡਸ ਦੀ ਮੂਵਮੈਂਟ ਹੁੰਦੀ ਹੈ ਉਹ ਕਹਿੰਦੇ ਜੋ ਆਪਣੀਆਂ ਅਰਥ ਦੀਆਂ ਤਿੰਨ ਡੋਮੇਨਸ ਨੇ, ਲੈਂਡ, ਵਾਟਰ ਐਂਡ ਏਅਰ, ਤਿੰਨਾਂ ਉੱਪਰ ਹੁੰਦੀ ਹੈ। ਦੇਅਰ ਆਰ 5 ਟਰਾਂਸਪੋਰਟ ਸਿਸਟਮ ਇਨ ਇੰਡੀਆ: roadways, railways, airways, waterways and pipelines। ਗੁੱਡਸ ਐਂਡ ਸਰਵਿਸਿਜ਼ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਲਈ ਇੱਥੇ ਕੀ ਨੇ ਜੀ 5 ਤਰ੍ਹਾਂ ਦੇ ਟਰਾਂਸਪੋਰਟ ਸਿਸਟਮ ਨੇ ਜਿਹੜੇ ਕਿ ਮੈਂ ਤੁਹਾਨੂੰ ਦੱਸ ਚੁੱਕਿਆ। ਵਿਦ ਦਾ ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦਾ ਏਰੀਆ ਆਫ ਇਨਫਲੂਐਂਸ ਆਫ ਟ੍ਰੇਡ ਐਂਡ ਟਰਾਂਸਪੋਰਟ ਇਨਕਰੀਜ਼ਡ। ਸਾਇੰਸ ਅਤੇ ਟੈਕਨੋਲੋਜੀ ਦੀ ਡਿਵੈਲਪਮੈਂਟ ਦੇ ਨਾਲ ਕੀ ਹੋਇਆ ਜੀ, ਟਰਾਂਸਪੋਰਟ ਕੀ ਹੈ ਈਜ਼ੀ ਹੋ ਗਈ, ਤਾਂ ਇਸ ਵਿੱਚ ਟ੍ਰੇਡ ਵਿੱਚ ਕੀ ਹੈ ਜੀ ਇਨਕਰੀਜ਼ ਹੋਇਆ। ਆਪਣੇ ਕੋਲ ਕੀ ਨੇ ਜੀ ਟਰਾਂਸਪੋਰਟ 5 ਟਾਈਪਸ ਦੇ ਨੇਗੇ: ਰੋਡਵੇਜ਼, ਰੇਲਵੇਜ਼, ਪਾਈਪਲਾਈਨਸ, ਵਾਟਰਵੇਜ਼ ਐਂਡ ਏਅਰਵੇਜ਼। ਜੋ ਇਹਨਾਂ ਵਿੱਚੋਂ ਪਾਈਪਲਾਈਨ ਹੈ ਇਸ ਵਿੱਚ ਸਿਰਫ ਕੀ ਹੈ ਜੀ ਗੁੱਡਸ ਐਂਡ ਸਰਵਿਸਿਜ਼ ਦਾ ਹੀ ਟਰਾਂਸਪੋਰਟ ਹੁੰਦਾ ਹੈ, ਬਟ ਜੋ ਬਾਕੀ ਦੀਆਂ 4 ਨੇ ਟਰਾਂਸਪੋਰਟ ਦੀਆਂ ਟਾਈਪਸ ਉਹਨਾਂ ਵਿੱਚ ਕੀ ਹੈ ਜੀ ਪੈਸੰਜਰਸ ਵੀ ਮੂਵ ਹੁੰਦੇ ਨੇਗੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਜੋ ਪਾਈਪਲਾਈਨਸ ਹੈ ਉਹਨਾਂ ਵਿੱਚ ਸਿਰਫ ਕੀ ਹੈ ਜੀ ਪੈਟਰੋਲੀਅਮ ਮੀਨਸ ਆਇਲ ਜਾਂ ਫਿਰ ਗੈਸਿਸ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਜੀ ਆਪਣਾ ਪਹਿਲਾ ਟਰਾਂਸਪੋਰਟ ਸਿਸਟਮ ਰੋਡਵੇਜ਼। ਇੰਡੀਆ ਹੈਜ਼ ਲਾਰਜੈਸਟ ਰੋਡ ਨੈਟਵਰਕ ਅਬਾਊਟ 2.3 ਮਿਲੀਅਨ ਕਿਲੋਮੀਟਰ। ਇੰਡੀਆ ਦਾ ਜੋ ਰੋਡਵੇਜ਼ ਨੈਟਵਰਕ ਹੈ ਉਹ ਕੀ ਹੈ ਜੀ ਵਰਲਡ ਦੇ ਵਿੱਚ ਸਭ ਤੋਂ ਵੱਡਾ ਹੈ, ਜਿਹੜਾ ਕਿ 2.3 ਮਿਲੀਅਨ ਕਿਲੋਮੀਟਰ ਦਾ। ਰੋਡਸ ਨੂੰ ਕੀ ਹੈ ਜੀ ਇੰਡੀਆ ਦੇ ਵਿੱਚ ਇਹਨਾਂ 6 ਟਾਈਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਕੈਟਾਗਰੀ ਕਿਹੜੀ ਹੈ ਜੀ ਗੋਲਡਨ ਕੁਆਡੀਲੇਟਰਲ ਸੁਪਰ ਹਾਈਵੇਜ਼। ਇਹ ਉਹ ਹਾਈਵੇਜ਼ ਨੇ ਜੀ ਜਿਹੜੇ ਗੌਰਮੈਂਟ ਦੇ ਦੁਆਰਾ ਲਾਂਚ ਕੀਤੇ ਜਾਂਦੇ ਨੇ ਐਂਡ ਆਪਣੀ ਜੋ ਇੰਡੀਆ ਦੀ ਕੈਪੀਟਲ ਹੈ ਦਿੱਲੀ, ਉਸ ਨੂੰ ਇੰਡੀਆ ਦੀਆਂ ਜੋ ਮੈਗਾ ਸਿਟੀਜ਼ ਨੇ ਮੀਨਸ ਬਿਗ ਸਿਟੀਜ਼ ਉਹਨਾਂ ਨਾਲ ਕਨੈਕਟ ਕਰਦੀ ਹੈ, ਲਾਈਕ ਦਿੱਲੀ, ਕੋਲਕਾਤਾ, ਚੇਨਈ, ਮੁੰਬਈ ਐਂਡ 6 ਲਾਈਨ ਸੁਪਰ ਹਾਈਵੇਜ਼। These projects are implemented by National Highway Authority of India to connect mega cities। ਇਹ ਜੋ ਹਾਈਵੇਜ਼ ਨੇ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦੁਆਰਾ ਇੰਪਲੀਮੈਂਟ ਕੀਤੇ ਜਾਂਦੇ ਨੇ। ਨੈਕਸਟ ਕੈਟਾਗਰੀ ਦੇ ਵਿੱਚ ਨੇ ਜੀ ਨੈਸ਼ਨਲ ਹਾਈਵੇਜ਼। ਥੀਸ ਆਰ ਦਾ ਪ੍ਰਾਇਮਰੀ ਰੋਡਸ ਮੇਨਟੇਨਡ ਬਾਈ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ। ਇਹ ਕੀ ਹੈ ਜੀ ਜੋ CPWD ਡਿਪਾਰਟਮੈਂਟ ਹੈ ਇੰਡੀਆ ਦਾ ਉਸ ਦੇ ਦੁਆਰਾ ਕੰਸਟਰਕਟ ਐਂਡ ਮੇਨਟੇਨ ਕੀਤੇ ਜਾਂਦੇ ਨੇ। ਨੈਕਸਟ ਕੈਟਾਗਰੀ ਹੈ ਜੀ ਸਟੇਟ ਹਾਈਵੇਜ਼ ਕੰਸਟਰਕਟਡ ਬਾਈ ਪਬਲਿਕ ਵਰਕਸ ਡਿਪਾਰਟਮੈਂਟ ਟੂ ਕਨੈਕਟ ਡਿਸਟ੍ਰਿਕਟ ਟੂ ਸਟੇਟ ਕੈਪੀਟਲ। ਇਹ ਕੀ ਹੈ ਜੀ ਇੱਕ ਸਟੇਟ ਦੀ ਕੈਪੀਟਲ ਨੂੰ ਉਸ ਸਟੇਟ ਦੀਆਂ ਵੱਖ-ਵੱਖ ਡਿਸਟ੍ਰਿਕਟ ਨਾਲ ਕਨੈਕਟ ਕਰਨ ਦੇ ਲਈ ਰੋਡਸ ਬਣਾਏ ਜਾਂਦੇ ਨੇ। ਨੈਕਸਟ ਹੈ ਜੀ ਆਪਣੀ ਕੈਟਾਗਰੀ ਡਿਸਟ੍ਰਿਕਟ ਰੋਡਸ ਕੰਸਟਰਕਟਡ ਬਾਏ ਜ਼ਿਲ੍ਹਾ ਪਰਿਸ਼ਦ। ਜੋ ਡਿਸਟ੍ਰਿਕਟ ਰੋਡਸ ਹੁੰਦੇ ਨੇ ਉਹ ਕੀ ਨੇ ਜੀ ਜ਼ਿਲ੍ਹਾ ਪਰਿਸ਼ਦ ਦੇ ਦੁਆਰਾ ਕੰਸਟਰਕਟ ਕੀਤੇ ਜਾਂਦੇ ਨੇਗੇ ਜੋ ਇੱਕ ਡਿਸਟ੍ਰਿਕਟ ਦੇ ਵਿੱਚ ਤਹਿਸੀਲਸ ਹੁੰਦੀਆਂ ਨੇ ਉਹਨਾਂ ਨੂੰ ਕਨੈਕਟ ਕਰਨ ਦੇ ਲਈ। ਨੈਕਸਟ ਕੈਟਾਗਰੀ ਹੈ ਜੀ ਅਦਰ ਰੋਡਸ ਵਿਚ ਲਿੰਕ ਰੂਰਲ ਏਰੀਆ ਐਂਡ ਵਿਲੇਜਿਸ। ਇਹ ਕੀ ਹੈ ਜੀ ਇਹ ਉਹ ਰੋਡ ਨੇ ਜਿਹੜੇ ਤਹਿਸੀਲਸ ਨੂੰ ਰੂਰਲ ਏਰੀਆਜ਼
ਜਾਂ ਫਿਰ ਵਿਲੇजेस ਦੇ ਨਾਲ ਕਨੈਕਟ ਕਰਦੇ ਨੇ। ਲਾਸਟ ਕੈਟਾਗਰੀ ਹੈ ਜੀ ਆਪਣੀ ਬਾਰਡਰ ਰੋਡਸ ਕੰਸਟਰਕਟਡ ਬਾਏ ਬਾਰਡਰ ਰੋਡਸ ਆਰਗੇਨਾਈਜੇਸ਼ਨ ਸਿੰਸ 1960। ਇਹ ਕੀ ਹੈ ਜੀ BRO ਦੇ ਦੁਆਰਾ 1960 ਤੋਂ ਲੈ ਕੇ ਬਣਾਏ ਜਾ ਰਹੇ ਨੇ, ਜਿਹੜੇ ਕਿ ਬਾਰਡਰ ਏਰੀਆ ਨੂੰ ਲਿੰਕ ਕਰਦੇ ਨੇ ਐਂਡ ਬਾਰਡਰ ਏਰੀਆ ਦੇ ਵਿੱਚ ਹੀ ਬਣਾਏ ਜਾਂਦੇ ਨੇ। ਜੋ ਇਹ ਰੋਡਸ ਨੇ ਇਹਨਾਂ ਨੂੰ ਅਸੀਂ ਮੈਟਾਲਿਕ ਐਂਡ ਨੋਨ ਮੈਟਾਲਿਕ ਟਾਈਪ ਦੇ ਵਿੱਚ ਵੀ ਕਲਾਸੀਫਾਈਡ ਕਰਦੇ ਹਾਂ। ਐਜ਼ ਕੁਝ ਰੋਡਸ ਹੁੰਦੇ ਨੇ ਜਿਨ੍ਹਾਂ ਵਿੱਚ ਕੀ ਹੈ ਜੀ ਅਸੀਂ ਮੈਟਲਸ ਇਨਸਰਟ ਕਰਦੇ ਹਾਂ ਲਾਈਕ ਆਇਰਨ ਰੋਡਸ, ਐਂਡ ਕੁਝ ਰੋਡਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਵਿੱਚ ਕੀ ਹੈ ਜੀ ਮੈਟਲ ਨਹੀਂ ਹੁੰਦੀਆਂ, ਉਹਨਾਂ ਨੂੰ ਕੀ ਕਹਿੰਦੇ ਆ ਜੀ ਅਸੀਂ ਨੋਨ ਮੈਟਾਲਿਕ ਰੋਡਸ। ਹੁਣ ਅਸੀਂ ਦੇਖਾਂਗੇ ਜੀ ਐਡਵਾਂਟੇਜਸ ਆਫ ਰੋਡਵੇਜ਼ ਓਵਰ ਰੇਲਵੇਜ਼। ਰੋਡਵੇਜ਼ ਦੇ ਐਡਵਾਂਟੇਜ ਕੀ ਨੇ ਅਬਵ ਰੇਲਵੇਜ਼। ਇਹਨਾਂ ਦੀ ਕੀ ਹੈ ਜੀ ਕੰਸਟਰਕਸ਼ਨ ਕੋਸਟ ਘੱਟ ਹੁੰਦੀ ਹੈਗੀ। ਰੋਡ ਟਰਾਂਸਪੋਰਟੇਸ਼ਨ ਕੀ ਹੈ ਜੀ ਇਕਨੋਮੀਕਲ ਹੁੰਦੀ ਹੈ। ਇਟ ਪ੍ਰੋਵਾਈਡ ਡੋਰ ਟੂ ਡੋਰ ਸਰਵਿਸਿਜ਼। ਰੋਡ ਕੀ ਹੈ ਜੀ ਡੋਰ ਟੂ ਡੋਰ ਸਰਵਿਸ ਪ੍ਰੋਵਾਈਡ ਕਰਦੇ ਨੇ। ਬਟ ਜੋ ਰੇਲਵੇ ਹੈ ਉਹ ਕੀ ਹੈ ਜੀ ਇੱਕ ਫਿਕਸ ਲਾਈਨ ਦੇ ਉੱਪਰ ਹੀ ਟ੍ਰੇਨ ਚੱਲਦੀ ਹੈ। ਰੋਡਸ ਆਲਸੋ ਲਿੰਕ ਵੇਰੀਅਸ ਰੇਲਵੇ ਸਟੇਸ਼ਨਸ। ਰੋਡ ਕੀ ਨੇ ਜੀ ਰੇਲਵੇ ਸਟੇਸ਼ਨ ਨੂੰ ਵੀ ਲਿੰਕ ਕਰਦਾ ਕੰਮ ਕਰਦੇ ਨੇ। ਰੋਡ ਡੈਂਸਿਟੀ ਇਹ ਕੀ ਹੁੰਦੀ ਹੈ ਜੀ ਇਟ ਇਜ਼ ਦਾ ਰੋਡ ਪਰ 100 square kilometer of area. It varies from place to place. The national average road density is 125.02 ਕਿਲੋਮੀਟਰ। ਇਹ ਹੁੰਦੀ ਕੀ ਹੈ ਬੇਸਿਕਲੀ ਜੀ ਇੱਕ ਏਰੀਏ ਦੇ ਵਿੱਚ ਰੋਡਸ ਪਰ 100 ਸਕੁਅਰ ਕਿਲੋਮੀਟਰ ਕਿੰਨੇ ਬਣੇ ਹੋਏ ਨੇ ਉਸ ਨੂੰ ਕਿਹਾ ਜਾਂਦਾ ਜੀ ਰੋਡ ਡੈਂਸਿਟੀ। ਹੁਣ ਅਸੀਂ ਦੇਖਾਂਗੇ ਜੀ ਜਿਹੜੀ ਰੋਡ ਟਰਾਂਸਪੋਰਟੇਸ਼ਨ ਹੈ ਉਹਨੂੰ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਕਹਿ ਸਕਦੇ ਹਾਂ ਕਿਹੜੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਅਬਾਊਟ ਹਾਫ ਆਫ ਦਾ ਰੋਡਸ ਆਰ ਅਨਮੈਟਲਡ ਵਿਚ ਲਿਮਿਟਸ ਦੇਅਰ ਯੂਜੇਸ ਡੂਰਿੰਗ ਦਾ ਰੇਨੀ ਸੀਜ਼ਨ। ਜਿਹੜੇ ਅਨਮੈਟਲਡ ਰੋਡ ਨੇ ਕਹਿੰਦੇ ਉਹਨਾਂ ਨੂੰ ਕੀ ਹੈ ਜੀ ਰੇਨੀ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਨੈਸ਼ਨਲ ਹਾਈਵੇਜ਼ ਆਰ ਇਨਐਡੈਕੁਏਟ ਟੂ। ਰੋਡਵੇਜ਼ ਆਰ ਹਾਈਲੀ ਕੰਜੈਸਟਡ ਇਨ ਸਿਟੀਜ਼। ਜੋ ਰੋਡ ਨੇ ਸਿਟੀ ਦੇ ਵਿੱਚ ਉਹ ਕੀ ਹੈ ਜੀ ਬਹੁਤ ਜ਼ਿਆਦਾ ਕੰਜੈਸਟਡ ਹੁੰਦੇ ਨੇ। ਮੋਸਟ ਆਫ ਦਾ ਬ੍ਰਿਜਿਸ ਐਂਡ ਕਲਵਰਟਸ ਆਰ ਓਲਡ ਐਂਡ ਨੈਰੋ। ਬ੍ਰਿਜਿਸ ਕੀ ਨੇ ਜੀ ਓਲਡ ਹੋ ਚੁੱਕੇ ਨੇ ਐਂਡ ਤੰਗ ਨੇ। ਨੈਕਸਟ ਟਰਾਂਸਪੋਰਟੇਸ਼ਨ ਸਿਸਟਮ ਹੈ ਜੀ ਆਪਣਾ ਰੇਲਵੇਜ਼। ਇਹ ਕੀ ਹੈ ਜੀ ਪ੍ਰਿੰਸੀਪਲ ਮੋਡ ਆਫ ਟਰਾਂਸਪੋਰਟੇਸ਼ਨ ਐਂਡ ਫਲਾਈਟ। ਇਹ ਕੀ ਹੈ ਜੀ ਇੱਕ ਮੁੱਖ ਟਰਾਂਸਪੋਰਟੇਸ਼ਨ ਹੈਗੀ ਹੈ। ਇਟ ਮੇਕ ਪੋਸੀਬਲ ਮਲਟੀਫੇਰੀਅਸ ਐਕਟੀਵਿਟੀਜ਼ ਲਾਈਕ ਬਿਜ਼ਨਸ ਸਾਈਟ ਸੀਇੰਗ ਪਿਲਗ੍ਰਿਮੇਜ। Indian Railway have a network of 7,133 stations spread over a route length of 64,460 ਕਿਲੋਮੀਟਰ। ਇੰਡੀਅਨ ਰੇਲਵੇ ਦਾ ਜੋ ਨੈਟਵਰਕ ਹੈ ਕਹਿੰਦੇ ਉਸ ਵਿੱਚ 7,133 ਰੇਲਵੇ ਸਟੇਸ਼ਨਸ ਨੇ ਜਿਹੜੇ ਕੀ ਨੇ ਜੀ 64,460 ਕਿਲੋਮੀਟਰ ਦੀ ਲੈਂਥ ਦੇ ਵਿੱਚ ਫੈਲੇ ਹੋਏ ਨੇ। ਇੰਡੀਅਨ ਰੇਲਵੇ ਇਜ਼ ਡਿਵਾਈਡਡ ਇਨਟੂ 16 ਜ਼ੋਨਸ। ਇੰਡੀਆ ਦਾ ਜੋ ਰੇਲਵੇ ਸਿਸਟਮ ਹੈ ਉਹ ਕੀ ਹੈ ਜੀ 16 ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਦਾ ਡਿਸਟਰੀਬਿਊਸ਼ਨ ਪੈਟਰਨ ਆਫ ਰੇਲਵੇ ਇਜ਼ ਇਨਫਲੂਐਂਸਡ ਬਾਏ ਫਿਜ਼ੀਓਗ੍ਰਾਫਿਕ ਇਕੋਨਮਿਕ ਐਂਡ ਐਡਮਿਨਿਸਟ੍ਰੇਟਿਵ ਫੈਕਟਰ। ਜੋ ਇਹਨਾਂ ਜ਼ੋਨਸ ਦੀ ਡਿਵਾਈਡੇਸ਼ਨ ਹੋਈ ਹੈ ਉਹ ਕਹਿੰਦੇ ਕਾਹਦੇ ਨਾਲ ਪ੍ਰਭਾਵਿਤ ਆ ਗਈ ਫਿਜ਼ੀਓਗ੍ਰਾਫਿਕ ਇਕੋਨਮਿਕ ਐਂਡ ਐਡਮਿਨਿਸਟ੍ਰੇਟਿਵ ਫੈਕਟਰਸ ਦੇ ਨਾਲ। ਹੁਣ ਅਸੀਂ ਦੇਖਾਂਗੇ ਜੀ ਰੇਲਵੇਜ਼ ਨੂੰ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਮੈਨੀ ਪੈਸੇਂਜਰਸ ਟਰੈਵਲ ਵਿਦਆਊਟ ਟਿਕਟ। ਰੇਲਵੇ ਦੇ ਵਿੱਚ ਕੀ ਹੈ ਜੀ ਟ੍ਰੇਨਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇਂਜਰ ਬਿਨਾਂ ਟਿਕਟ ਤੋਂ ਹੀ ਟਰੈਵਲ ਕਰਦੇ ਰਹਿੰਦੇ ਨੇ। ਥੈਫਟ ਐਂਡ ਡੈਮੇਜਿੰਗ ਆਫ ਰੇਲਵੇ ਪ੍ਰੋਪਰਟੀ ਹੈਜ਼ ਨੋਟ ਯੈਟ ਸਟੋਪਡ। ਚੋਰ ਅਤੇ ਹੋਰ
ਬਹੁਤ ਸਾਰੇ ਲੋਕ ਕੀ ਨੇ ਜੀ ਰੇਲਵੇ ਪ੍ਰੋਪਰਟੀ ਦਾ ਨੁਕਸਾਨ ਕਰਦੇ ਰਹਿੰਦੇ ਨੇ ਅਤੇ ਹਲੇ ਵੀ ਉਸ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਿਆ। ਨੈਕਸਟ ਟਰਾਂਸਪੋਰਟੇਸ਼ਨ ਸਿਸਟਮ ਹੈ ਜੀ ਆਪਣਾ ਪਾਈਪਲਾਈਨਸ। ਲੇਟੈਸਟ ਟਰਾਂਸਪੋਰਟੇਸ਼ਨ ਇਨ ਇੰਡੀਆ, ਇਹ ਕੀ ਹੈ ਜੀ ਸਭ ਤੋਂ ਨਵਾਂ ਟਰਾਂਸਪੋਰਟ ਦਾ ਸਿਸਟਮ ਆ ਗਿਆ। ਯੂਜ਼ਡ ਫॉर ट्रांसपोर्टिंग क्रूड ऑयल, पेट्रोल एंड गैस। देयर आर 3 मेन पाइपलाइनस इन इंडिया। इंडिया ਦੇ ਵਿੱਚ ਕੀ ਨੇ ਜੀ ਸਿਰਫ 3 ਮੇਨ ਪਾਈਪਲਾਈਨਸ ਨੇਗੀਆਂ। ਪਹਿਲੀ ਹੈ ਜੀ फ्रॉम ऑयल फील्ड इन अपर असम टू कानपुर। ਪਹਿਲੀ ਕੀ ਹੈ ਜੀ असम ਤੋਂ कानपुर तक है। इट हैज़ ब्रांचेज फ्रॉम ब्राउनी टू हल्दिया। ਇਹਦੀਆਂ ਕੁਝ ਬ੍ਰਾਂਚਿਸ ਨੇ ਜੀ ਬਰੌਨੀ ਤੋਂ ਲੈ ਕੇ ਹਲਦੀਆ ਤੱਕ। ਸੈਕਿੰਡ ਹੈ ਜੀ ਫਰੋਮ ਸਲਾਇਆ ਇਨ ਗੁਜਰਾਤ ਟੂ ਜਲੰਧਰ ਇਨ ਪੰਜਾਬ। ਦੂਸਰੀ ਕਿੱਥੋਂ ਚੱਲਦੀ ਹੈ ਜੀ ਗੁਜਰਾਤ ਚੋਂ ਐਂਡ ਪੰਜਾਬ ਤੱਕ ਆਉਂਦੀ ਹੈ। ਇਟ ਹੈਜ਼ ਬ੍ਰਾਂਚਿਸ ਟੂ ਕਨੈਕਟ ਕੋਇਲੀ, ਚਕਸ਼ੂ ਐਂਡ ਅਦਰ ਪਲੇਸਿਸ। ਇਸ ਦੀਆਂ ਕੁਝ ਬ੍ਰਾਂਚਿਸ ਵੀ ਹਨ। ਲਾਸਟ ਪਾਈਪਲਾਈਨ ਹੈ ਜੀ ਆਪਣੀ ਗੈਸ ਪਾਈਪਲਾਈਨ फ्रॉम हज़ीरा इन गुजरात कनेक्ट्स जगदीशपुर इन यूपी। इट हैज़ ब्रांचेस टू कोटा इन राजस्थान, शाहजहानपुर, बाबराला एंड अदर प्लेसेस इन यूपी। नैक्सट ट्रांसपोर्टेशन सिस्टम है जी अपना वाटर बेस। ये की है जी चीपेस्ट ट्रांसपोर्टेशन सिस्टम है, सूटेबल फॉर हैवी एंड बल्कि ट्रांसपोर्ट। ज़्यादा ਜਿਹੜੇ ਭਾਰੀ ਅਤੇ ਵੱਡੇ ਗੁਡਸ ਐਂਡ ਸਰਵਿਸਿਜ਼ ਹੁੰਦੀਆਂ ਨੇਗੀਆਂ ਉਹਨਾਂ ਨੂੰ ਕੀ ਹੈ ਟਰਾਂਸਪੋਰਟ ਕਰਨ ਦੇ ਲਈ ਇਹ ਕੀ ਹੈ ਜੀ ਇੱਕ ਸੂਟੇਬਲ ਮੀਡੀਅਮ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਟਰਾਂਸਪੋਰਟੇਸ਼ਨ ਸਿਸਟਮ ਹੈ। ਇਨਵਾਇਰਮੈਂਟ ਫਰੈਂਡਲੀ, ਇਹ ਕੀ ਹੈ ਜੀ ਇਨਵਾਇਰਮੈਂਟ ਫਰੈਂਡਲੀ ਹੈ ਕਿਉਂਕਿ ਇਹਦੇ ਵਿੱਚੋਂ ਕੋਈ ਪੋਲਿਊਸ਼ਨ ਨਹੀਂ ਨਿਕਲਦਾ। ਇੰਡੀਆ ਹੈਜ਼ ਇਨਲੈਂਡ ਨੈਵੀਗੇਸ਼ਨ ਵਾਟਰਵੇਜ਼ ਆਫ 14,500 किलोमीटर इन लेंथ। ਹੁਣ ਅਸੀਂ ਦੇਖਾਂਗੇ ਜੀ ਕਿਹੜੇ ਨੈਸ਼ਨਲ ਵਾਟਰਵੇਜ਼ ਨੇ। ਪਹਿਲਾ ਹੈ ਜੀ ਨੈਸ਼ਨਲ ਵਾਟਰਵੇ 1 द गंगा रिवर बिटवीन इलाहाबाद एंड हल्दिया। सैकेंड है जी नैशनल वाटरवे 2 ब्रह्मपुत्रा रिवर बिटवीन सदिया एंड धुबरी। थर्ड है जी नैशनल वाटरवे 3 द वेस्ट बंगाल कैनल इन केरला। फोर्थ है जी नैशनल वाटरवे 4 स्पेसिफिक ब्रांचेज ऑफ गोदावरी एंड कृष्णा रिवर अलॉन्ग विद ककिनंदा पुडुचेरी स्ट्रेच ऑफ कैनल्स। लास्ट है जी नैशनल वाटरवे 5 स्पेसिफिक स्ट्रेचेज ऑफ रिवर ब्राह्मणी अलॉन्ग विद मताई रिवर डेल्टा चैनल्स ऑफ महानदी एंड ब्राह्मणी रिवर एंड ईस्ट कोस्ट कैनल। ਹੁਣ ਅਸੀਂ ਦੇਖਾਂਗੇ ਜੀ ਮੇਜਰ ਸੀ ਪੋਰਟਸ। ਜੋ ਵਾਟਰਵੇਜ਼ ਦੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹ ਕੀ ਹੈ ਜੀ ਪੋਰਟਸ ਤੋਂ ਸਟਾਰਟ ਹੁੰਦੀ ਹੈਗੀ। ਇੰਡੀਆ हैज़ अ लॉन्ग कोस्ट लाइन ऑफ 7,516 kilometers with 12 major ports and 187 notified minor and intermediate ports। ਇੱਥੇ ਕੀ ਨੇ ਜੀ ਇੰਡੀਆ ਦੀ ਕੋਸਟ ਲਾਈਨ ਕਿੰਨੀ ਲੰਬੀ ਹੈ ਜੀ 7,516 ਕਿਲੋਮੀਟਰ ਦੀ, ਜਿਸ ਉੱਤੇ ਕੀ ਹੈ ਜੀ 12 ਬਣੇ ਹੋਏ ਨੇ ਮੇਜਰ ਪੋਰਟ ਐਂਡ 187 ਕੀ ਨੇ ਜੀ ਮਾਈਨਰ ਪੋਰਟ। ਜਿਹੜੇ ਮੇਜਰ ਪੋਰਟ ਨੇ ਉਹ ਕੀ ਹੈ ਜੀ 95% ਟ੍ਰੇਡ ਨੂੰ ਹੈਂਡਲ ਕਰਦੇ ਨੇ। ਮੁੰਬਈ ਇਜ਼ ਦਾ ਬਿਗੈਸਟ ਪੋਰਟ ਆਫ ਇੰਡੀਆ। ਪੋਰਟਸ ਔਨ ਵੈਸਟਰਨ ਕੋਸਟ, ਇਹ ਕੀ ਹੈ ਜੀ ਲਾਈਕ ਇੰਡੀਆ ਦਾ ਮੈਪ ਹੈਗਾ। ਇਹ ਕੀ ਹੈ ਜੀ ਆਪਣੀ ਵੈਸਟਰਨ ਕੋਸਟ। ਇਸ ਉੱਪਰ ਕਿਹੜੇ ਪੋਰਟ ਨੇ कंडला, मुंबई, जवाहरलाल नेहरू, मारमागाओ, न्यू मैनग्रोव।
एंड ये की है जी अपनी ईस्टर्न कोस्ट। इस उपर किहड़े ने जी बने हुए पोर्ट? तुतीकोरिन, चेन्नई, विशाखापट्टनम, प्रादीप, कोलकाता, हल्दिया। ठीक है जी। नैक्सट अपनी ट्रांसपोर्टेशन किहड़ी है जी? एयरवेज। ये की है जी सब तो फास्ट ट्रांसपोर्टेशन सिस्टम है एंड कंफर्टेबल है, बट ये की है जी सब तो एक्सपेंसिव ट्रांसपोर्टेशन सिस्टम है, बिकॉज इसका जो फ्यूल है वो की है जी बहुत ज़्यादा एक्सपेंसिव है। एयरपोर्ट्स वाज नैशनलाइज्ड इन इंडिया इन 1953। इंडिया के विच जो एयरपोर्ट सी उन्होंने नैशनलाइजेशन की है जी 1953 ਦੇ ਵਿੱਚ ਕੀਤਾ ਗਿਆ। इंडियन एयरलाइंस, अलायंस एयर, प्राइवेट शेड्यूल एयरलाइंस एंड नॉन शेड्यूल ऑपरेटर प्रोवाइड डोमेस्टिक एयर सर्विसेज। पवन हैंस हेलीकॉप्टर लिमिटेड प्रोवाइड हेलीकॉप्टर सर्विसेज to oil and natural gas commission in its offshore operation to inaccessible areas and difficult terrain। जो पावर हैंड्स हेलीकॉप्टर लिमिटेड कंपनी है जी, ये की है जी सर्विस प्रोवाइड करती है ऑयल एंड नैचुरल गैस कमीशन नूं, जिथे नहीं पहुंचा जा सकता इन एक्सैसीबल प्लेसिस ते पहुंचण दे लई। देयर आर टू मेन टाइप्स ऑफ एयरपोर्ट्स, इंटरनेशनल एंड डोमैस्टिक। इंडिया के दो तरह के मेन एयरपोर्ट्स ने जी, इंटरनेशनल एंड डोमैस्टिक। नैक्सट है जी कम्यूनीकेशन सिस्टम। कम्यूनीकेशन सिस्टम की हुंदा जी? दो अलग अलग परसन दे विच मैसेज का एक जगह तो दूसरी जगह, एक तो मीनस दूसरे तक पहुँचाना, उसनूं की कहने जी आपां? कम्यूनीकेशन। लाइक ये की है जी, लाइक देखो जी ये की है जी एक परसन आ गया एंड ये भी की है जी एक परसन है, इसने इस तक किसी भी मीडियम के द्वारा ऑनलाइन ऑफलाइन बाय लैटर या फिर की है बाय वॉइस आवाज़ दे के उस तक अपना कोई मैसेज पहुँचाया, इसनूं असीं की कहने हैं जी? कम्यूनीकेशन। कम्यूनीकेशन की है जी दो तरह की होंदी है, परसनल एंड मास। जिहड़ी परसनल होंदी है इट इनकलूड पोस्ट कार्ड, लैटर्स, टैलीग्राम्स एंड टैलीफोन्स। सैकेंड किहड़ी है जी? मास। इट इनकलूड मैगजीन, न्यूज़पेपर, रेडियोज एंड टीवी। परसनल रिटन कम्यूनीकेशन। परसनल रिटन कम्यूनीकेशन किस नूं कहा जाता जी? जो असी पहला चिट्ठियां भेजते सी, पोस्ट करते सी, उसनूं की कहा जाता जी? परसनल रिटन कम्यूनीकेशन। इंडियन पोस्टल सिस्टम नैटवर्क इज़ द लार्जेस्ट इन वर्ल्ड। जो इंडिया का पोस्टल सिस्टम सी वो की है जी? दुनिया का सब तो बड़ा पोस्टल सिस्टम सी। फर्स्ट क्लास मेल एयर ट्रांसपोर्ट। इस विच दो तरह दीआं मेल या फिर पोस्ट असीं कह सकते हैं। पहलियां वो सी जी ਜਿਹੜੀਆਂ बहुत ज़्यादा फास्ट ਹੁੰਦੀਆਂ ਸੀਗੀਆਂ, बाय एयरपोर्ट्स एक जगह तो दूसरी जगह रिटन जो लैटर्स ਹੁੰਦੇ ਸੀ ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ। सैकेंड क्लास मेल ਦੇ ਵਿੱਚ ਕਿਹੜੀਆਂ ਹੁੰਦੀਆਂ ਜੀ? ਜਿਨ੍ਹਾਂ ਨੂੰ बाय ट्रेनस ਜਾਂ ਫਿਰ ਅਸੀਂ ਕਹਿ ਸਕਦੇ ਹਾਂ ਸਰਫਿਸ ट्रांसपोर्ट ਹੁੰਦੀ ਸੀ। मीनस जो सरफिस मीडियम ने रोड, रेलवेज, इन्हां दे द्वारा लैटर्स एक जगह तो दूसरी जगह लिजाए जाते सी। नैक्सट है जी इंटरनेशनल ट्रेड। एक्सचेंज ऑफ गुड्स अमंग पीपल, स्टेट एंड कंट्रीज इज़ कॉल्ड ट्रेड। गुड्स का दो परसन दे विच ਜਾਂ फिर स्टेट्स दे विच ਜਾਂ कंट्रीज दे विच एक्सचेंज होने नूं की कहा जाता जी? ट्रेड। पंजाबी च असीं इसनूं कहने हैं जी व्यापार। द प्लेस वेयर सच एक्सचेंजिज टेक प्लेस इज़ कॉल्ड एज मार्केट। जिथे इस तरह का ट्रेड हुंदा है उस जगह नूं की कहा जाता जी? मार्केट। ट्रेड बिटवीन टू कंट्रीज इज़ कॉल्ड एज इंटरनेशनल ट्रेड। दो कंट्रीज के विचाले जो ट्रेड हुंदा है उसनूं असीं इंटरनेशनल ट्रेड कहने हैं।
The difference between export and import of a country is called as balance of trade. दो कंट्रीज़ एक दूसरे तरफ एक्सपोर्ट्स एंड इंपोर्ट्स करदियां ने, ਉਹਨਾਂ एक्सपोर्ट एंड इंपोर्ट ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਸ ਨੂੰ ਅਸੀਂ ਕੀ ਕਹਿੰਦੇ ਆ ਜੀ, ਬੈਲੈਂਸ ਆਫ ਟ੍ਰੇਡ। ਹੁਣ ਇੱਥੇ ਐਕਸਪੋਰਟ ਕੀ ਹੁੰਦਾ ਜੀ, ਲਾਈਕ ਇਹ ਕੀ ਹੈ ਜੀ ਆਪਣਾ ਇੰਡੀਆ ਐਂਡ ਇੱਧਰ ਕੀ ਹੈ ਜੀ ਕੈਨੇਡਾ। ਮੰਨ ਕੇ ਚੱਲੋ ਅਸੀਂ ਕੈਨੇਡਾ ਤੋਂ ਕੀ ਹੈ ਜੀ ਇੰਪੋਰਟ ਕਰਦੇ ਹਾਂ ਕੁਝ ਚੀਜ਼ਾਂ ਜਿਨ੍ਹਾਂ ਦਾ ਪ੍ਰਾਈਸ ਕਿੰਨਾ ਹੈ ਜੀ 1000 ਬਿਲੀਅਨ ਡਾਲਰ ਐਂਡ ਅਸੀਂ ਕੀ ਹੈ ਜੀ ਉਹਨਾਂ ਨੂੰ ਕੁਝ ਚੀਜ਼ਾਂ ਐਕਸਪੋਰਟ ਕਰਦੇ ਹਾਂ। ਇੰਪੋਰਟ ਦਾ ਮਤਲਬ ਹੁੰਦਾ ਜੀ ਕੋਈ ਗੁਡਸ ਕੀ ਹੈ ਜੀ ਮੰਗਵਾਉਣੀਆਂ ਐਂਡ ਐਕਸਪੋਰਟ ਦਾ ਮਤਲਬ ਹੁੰਦਾ ਜੀ ਗੁਡਸ ਨੂੰ ਕਿਸੇ ਹੋਰ ਕੰਟਰੀ ਦੇ ਵਿੱਚ ਭੇਜਣਾ। ਜੇ ਤਾਂ ਇਹ ਸੇਮ ਨੇ ਤਾਂ ਇਸ ਨੂੰ ਕਿਹਾ ਜਾਂਦਾ ਜੀ ਬੈਲੈਂਸ ਆਫ ਟ੍ਰੇਡ ਜ਼ੀਰੋ, ਜਾਂ ਫਿਰ ਕਹਿ ਸਕਦੇ ਹਾਂ ਜ਼ੀਰੋ ਬੈਲੈਂਸ ਟ੍ਰੇਡ। ਜੇ ਕੀ ਹੈ ਜੀ ਵੈਨ ਐਕਸਪੋਰਟਸ ਆਰ ਹਾਇਰ ਦੈਨ ਇੰਪੋਰਟਸ, ਤਾਂ ਅਸੀਂ ਇਸ ਨੂੰ ਕੀ ਕਿਹਾ ਜੀ ਫੇਵਰੇਬਲ ਬੈਲੈਂਸ ਆਫ ਟ੍ਰੇਡ। ਇਸ ਦਾ ਮੀਨਿੰਗ ਕੀ ਹੋਇਆ ਜੀ, ਅਸੀਂ ਗੁਡਸ ਜੋ ਸੈੱਲ ਕੀਤੀਆਂ ਨੇਗੀਆਂ ਦੂਸਰੀ ਕੰਟਰੀ ਨੂੰ ਉਹ ਕੀ ਹੈ ਜੀ ਜ਼ਿਆਦਾ ਕੀਤੀਆਂ ਜਿੰਨੀਆਂ ਕਿ ਅਸੀਂ ਵਾਏ ਕੀਤੀਆਂ ਨੇ ਉਸ ਤੋਂ। ਜਦੋਂ ਕੀ ਹੈ ਜੀ ਇੰਪੋਰਟ ਜ਼ਿਆਦਾ ਹੁੰਦੇ ਨੇ ਐਕਸਪੋਰਟਸ ਤੋਂ ਤਾਂ ਉਸ ਨੂੰ ਕੀ ਕਹਿੰਦੇ ਹਾਂ ਜੀ ਅਸੀਂ ਅਨਫੇਵਰੇਬਲ ਬੈਲੈਂਸ ਆਫ ਟ੍ਰੇਡ। ਨੈਕਸਟ ਹੈ ਜੀ ਟੂਰਿਜ਼ਮ ਐਜ਼ ਅ ਟ੍ਰੇਡ। Foreign tourists are arrival in India witnessed an increase of 11.8% during the year 2010 as against the year 2009। ਇਹ ਕਹਿੰਦੇ ਜੀ ਦੇਖਿਆ ਗਿਆ 2010 ਦੇ ਵਿੱਚ 11.8% ਜ਼ਿਆਦਾ ਟੂਰਿਸਟ ਵਿਜ਼ਿਟ ਕੀਤੇ ਇੰਡੀਆ ਦੇ ਵਿੱਚ ਕੰਪੇਅਰਲੀ 2009, contributing 64,889 crore foreign exchange in 2010। 2010 ਦੇ ਵਿੱਚ ਕੀ ਹੈ ਜੀ 64,899 ਕਰੋੜ ਦਾ ਫੋਰਨ ਐਕਸਚੇਂਜ ਕੀ ਹੈ ਜੀ ਇੰਡੀਆ ਦੇ ਵਿੱਚ ਆਇਆ। more than 15 billion people are directly engaged in tourism industry। ਇੰਡੀਆ ਦੇ ਜੋ 15 ਮਿਲੀਅਨ ਲੋਕ ਨੇ ਜੀ ਉਹ ਡਾਇਰੈਕਟਲੀ ਕੀ ਨੇ ਜੀ ਟੂਰਿਜ਼ਮ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਟੂਰਿਜ਼ਮ ਪ੍ਰਮੋਟਸ ਨੈਸ਼ਨਲ ਇੰਟੀਗ੍ਰੇਸ਼ਨ, ਪ੍ਰੋਵਾਈਡ ਸਪੋਰਟ ਟੂ ਲੋਕਲ ਹੈਂਡਕ੍ਰਾਫਟ ਐਂਡ ਕਲਚਰਲ ਪਰਸੂਟਸ। ਜੋ ਟੂਰਿਜ਼ਮ ਆ ਉਹ ਕਹਿੰਦੇ ਉੱਥੋਂ ਦੇ ਜੋ ਲੋਕਲ ਕਲਾਕ੍ਰਿਤੀਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਸਪੋਰਟ ਕਰਦਾ ਹੈ। ਲਾਈਕ ਤੁਸੀਂ ਇੱਥੋਂ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚੋਂ ਹਿਮਾਚਲ ਦੇ ਵਿੱਚ ਘੁੰਮਣ ਜਾਂਦੇ ਹੋ ਤਾਂ ਤੁਸੀਂ ਉੱਥੋਂ ਦੇ ਬਣੇ ਹੋਏ ਡਿਫਰੈਂਟ ਟਾਈਪ ਦੇ ਜੋ ਉੱਥੋਂ ਦੀ ਡਿਜ਼ਾਈਨਿੰਗ ਹੁੰਦੀ ਹੈ ਕਲਾ ਹੁੰਦੀ ਹੈ ਉਸ ਨੂੰ ਕੀ ਹੈ ਜੀ ਬਏ ਕਰਕੇ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਵੀ ਕੀ ਹੈ ਜੀ ਉਤਸ਼ਾਹ ਮਿਲਦਾ ਹੈ ਉੱਥੋਂ ਦੇ ਜੋ ਲੋਕਲ ਕਲਾ ਹੁੰਦੇ ਆ ਕਲਾਕਾਰ ਹੁੰਦੇ ਨੇਗੇ। ਇਟ ਆਲਸੋ ਹੈਲਪਸ in the development of international understanding about our culture and heritage। ਜਦੋਂ ਇੰਟਰਨੈਸ਼ਨਲ ਲੈਵਲ 'ਤੇ ਟੂਰਿਜ਼ਮ ਹੁੰਦਾ ਹੈ ਮੀਨਸ ਫੋਰਨ ਕੰਟਰੀ ਦੇ ਜੋ ਟੂਰਿਸਟ ਹੁੰਦੇ ਨੇਗੇ ਆਪਣੀ ਕੰਟਰੀ ਵਿੱਚ ਵਿਜ਼ਿਟ ਕਰਦੇ ਨੇ ਤਾਂ ਉਹਨਾਂ ਨੂੰ ਕੀ ਹੈ ਜੀ ਆਪਣੀ ਕੰਟਰੀ ਦਾ ਜੋ ਕਲਚਰ ਹੁੰਦਾ ਹੈ ਹੈਰੀਟੇਜ ਹੁੰਦੀ ਹੈ ਉਸਦੇ ਬਾਰੇ ਪਤਾ ਲੱਗਦਾ। ਤਾਂ ਇਸ ਨਾਲ ਕੀ ਹੈ ਜੀ ਆਪਣੀ ਜੋ ਕੰਟਰੀ ਦਾ ਕਲਚਰ ਹੈ ਉਸ ਨੂੰ ਕੀ ਹੈ ਜੀ ਪ੍ਰਮੋਟ ਕੀਤਾ ਜਾਂਦਾ। ਸੋ ਅੱਜ ਦੇ ਲੈਕਚਰ ਵਿੱਚ ਅਸੀਂ ਡਿਸਕਸ ਕੀਤਾ ਜੀ ਟਰਾਂਸਪੋਰਟ ਕੀ ਹੁੰਦੀ ਹੈ, ਟਰਾਂਸਪੋਰਟ ਦੀਆਂ ਟਾਈਪਸ ਕੀ ਹੁੰਦੀਆਂ। ਅਸੀਂ ਦੇਖਿਆ ਟਰਾਂਸਪੋਰਟ ਦੀਆਂ ਟਾਈਪਸ, ਰੋਡਵੇਜ਼ ਦੇਖਿਆ ਅਸੀਂ ਐਂਡ ਉਸਨੂੰ ਜੋ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਉਹ ਦੇਖੀਆਂ। ਫਿਰ ਅਸੀਂ ਦੇਖਿਆ ਜੀ ਰੇਲਵੇਜ਼, ਪਾਈਪਲਾਈਨਸ, ਵਾਟਰਵੇਜ਼ ਦੇਖਿਆ ਅਸੀਂ। ਫਿਰ ਅਸੀਂ ਕੀ ਹੈ ਜੀ ਮੇਜਰ ਪੋਰਟਸ ਸਮਝੇ ਇੰਡੀਆ ਦੇ। ਫਿਰ ਅਸੀਂ ਏਅਰਵੇਜ਼ ਦੇਖਿਆ,
ਕਮਿਊਨੀਕੇਸ਼ਨ ਦੇਖਿਆ ਜੀ, ਕਮਿਊਨੀਕੇਸ਼ਨ ਕੀ ਹੁੰਦੀ ਹੈ, ਕਿੰਨੇ ਟਾਈਪਸ ਦੀ ਹੁੰਦੀ ਹੈ, ਪਰਸਨਲ ਐਂਡ ਮਾਸ ਕਮਿਊਨੀਕੇਸ਼ਨ। ਫਿਰ ਅਸੀਂ ਦੇਖਿਆ ਜੀ ਇੰਟਰਨੈਸ਼ਨਲ ਟ੍ਰੇਡ ਕੀ ਹੁੰਦਾ ਗਾ। ਲਾਸਟ ਟੌਪਿਕ ਆਪਣਾ ਸੀਗਾ ਜੀ ਟੂਰਿਜ਼ਮ ਐਜ਼ ਟ੍ਰੇਡ। ਆਈ ਹੋਪ ਤੁਹਾਨੂੰ ਇਹ ਲੈਕਚਰ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਗॉड ब्लेस यू ऑल।